ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੁ ਤਿਹਾ ਕਰੀ ਵਖਿਆਣ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੁ ਤਿਹਾ ਕਰੀ ਵਖਿਆਣ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਸ਼ਲੋਕ ਬਸੰਤ ਸਵਰਗ ਲੋਕਾ ਹੈ ਜਿਤ ਤੇ ਪ੍ਰਿਥਵੀ ਨਵ ਖੰਡਣੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਣ ਭਰਮਣੈ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਣ ਭਰਮਣੈ ਕੌਤਕ ਕੋੜ ਤਮਾਸਿਆ ਚੇਤਨ ਆਵਸਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ ਸਿਰ ਲਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਸਿਰ ਲਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ
ਫਿਰੈ ਸ਼ੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੁਆਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ। ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਜੈਤਸਰੀ ਦੀ ਵਾਰ ਦੇ ਵਿੱਚੋਂ ਇਹ ਪੌੜੀ ਨੰਬਰ 9 ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪੌੜੀ ਦੇ ਨਾਲ ਇੱਕ ਇੱਕ ਸ਼ਲੋਕ ਹੈ ਔਰ ਇਹ ਸ਼ਲੋਕ ਵੀ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਨੇ। ਅੰਗ ਨੰਬਰ 707 ਅਤੇ 708 ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਜੋ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਇੱਕ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਦੁਨੀਆ ਦੇ ਵਿੱਚ ਕੋਈ ਮਨੁੱਖ ਜਿਹਦੇ ਕੋਲ ਸੰਸਾਰਿਕ ਸਾਰੀਆਂ ਹੀ ਸੁੱਖ ਸਹੂਲਤਾਂ ਹੋਣ, ਕੋਈ ਗੱਲ ਮੂੰਹ ਦੇ ਵਿੱਚੋਂ ਬੋਲੇ ਉਸੇ ਵੇਲੇ ਪੂਰੀ ਹੋ ਜੇ, ਪਰ ਇੰਨੀਆਂ ਸੁੱਖ ਸਹੂਲਤਾਂ ਲੈਣ ਵਾਲਾ ਜੇ ਸੁੱਖ ਸਹੂਲਤਾਂ ਦੇਣ ਵਾਲੇ ਨੂੰ ਭੁੱਲ ਜੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਵੇਂ ਦੇ ਭੁੱਲਿਆ ਹੋਇਆਂ ਨੂੰ, ਵਿਛੜਿਆ ਹੋਇਆਂ ਨੂੰ ਭਟਕਣਾ ਮਿਲਦੀ ਹੈ। ਔਰ ਗੁਰੂ ਸਾਹਿਬ ਜੀ ਨੇ ਇੱਥੇ ਉਦਾਹਰਣ ਦਿੱਤੀ, ਸੁੱਖ ਵੀ ਕੇਵਲ ਇੱਕ ਅੱਧੇ ਪਿੰਡ ਦਾ ਰਾਜ ਨਹੀਂ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਹਿਲੀ ਪਾਵਨ ਪੰਕਤੀ ਕੀ ਹੈ, ਬਸੰਤ ਸਵਰਗ ਲੋਕੈ, ਜਿਤ ਤੇ ਪ੍ਰਿਥਵੀ ਨਵ ਖੰਡਨ। ਬਸੰਤ ਦਾ ਅਰਥ ਵਸਦਾ ਹੋਵੇ, ਸਵਰਗ ਲੋਕ ਹੈ, ਸਵਰਗ ਵਰਗੇ ਲੋਕ ਤੇ ਜਾਂ ਸਵਰਗ ਵਰਗੀ ਧਰਤੀ ਤੇ। ਉਹਨੇ ਕਈ ਵਾਰੀ ਬੇਨਤੀ ਕੀਤੀ ਹੈ ਸਵਰਗ ਜਾਂ ਨਰਕ। ਗੁਰਮਤਿ ਨੇ ਇਹਨੂੰ ਕੋਈ ਵਿਸ਼ੇਸ਼ ਵੱਖਰੀ ਥਾਂ ਨਹੀਂ ਮੰਨਿਆ। ਅਸਲ ਵਿੱਚ ਉਹ ਸਾਡੇ ਜੀਵਨ ਦੇ ਵਿੱਚ ਜਿਉਂਦਿਆਂ ਹੀ ਸਾਡੇ ਤੇ ਨਿਰਭਰ ਵੀ ਸਾਡੇ 'ਤੇ ਹੈ ਕਿ ਤੂੰ ਸਵਰਗ ਦੇ ਵਿੱਚ ਰਹਿਣਾ ਜਿਉਂਦਿਆਂ ਜੀ, ਜਾਂ ਨਰਕਾਂ ਦੇ ਵਿੱਚ ਪੈ ਕੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਬਰਬਾਦ ਕਰਨੀ ਹੈ। ਔਰ ਭਗਤ ਕਬੀਰ ਜੀ ਨੇ ਇਹ ਪਾਵਨ ਬਚਨ ਤਾਂ ਹੀ ਕਹੇ ਸਨ, ਕਿਆ ਨਰਕ ਕਿਆ ਸਵਰਗ ਵਿਚਾਰਾ। ਲੋਕ ਸਵਰਗਾਂ ਦੀ ਪ੍ਰਾਪਤੀ ਦੇ ਵਾਸਤੇ ਯਤਨ ਕਰਦੇ ਨੇ, ਸਾਲਾਂ ਸਾਲਾਂ ਬੰਦਗੀ ਕਰਦੇ ਨੇ। ਔਰ ਭਗਤ ਕਬੀਰ ਜੀ ਕਹਿੰਦੇ ਨੇ ਵਿਚਾਰਾ
ਸਵਰਗ ਨੂੰ ਵਿਚਾਰਾ ਕਹਿੰਦੇ ਨੇ। ਇਹਦੇ ਸਾਡੇ ਸਾਹਮਣੇ ਔਕਾਤ ਕੀ ਹੈ? ਔਰ ਇੱਥੇ ਹੰਕਾਰ ਨਹੀਂ। ਭਗਤ ਕਬੀਰ ਜੀ ਕਹਿੰਦੇ ਨੇ ਅਸੀਂ ਤਾਂ ਰੱਬ ਦੇ ਪਰਮੇਸ਼ਰ ਦੀ ਬੰਦਗੀ ਕਰਨੇ ਹਾਂ, ਤੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜਿਹੜਾ ਸੁੱਖ ਹੈ ਉਹ ਨਾ ਕਿਸੇ ਸਵਰਗ ਵਿੱਚ ਹੈ, ਤੇ ਨਰਕਾਂ ਦਾ ਤਾਂ ਸਾਨੂੰ ਡਰ ਹੀ ਨਹੀਂ। ਨਾ ਸਵਰਗਾਂ ਦਾ ਲਾਲਚ ਹੈ, ਨਾ ਨਰਕਾਂ ਦਾ ਡਰ ਹੈ। ਉੱਥੇ ਬਾਬਾ ਕਬੀਰ ਜੀ ਨੇ ਪਾਵਨ ਬਚਨ ਕੀਤੇ, ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ, ਹਮ ਕਾਹੂ ਕੇ ਕਾਣ ਨਾ ਕੱਢਤੇ। ਸਾਨੂੰ ਕਿਸੇ ਦੀ ਕਾਣੂ ਨਹੀਂ, ਨਾ ਕਿਸੇ ਦਾ ਡਰ, ਨਾ ਕਿਸੇ ਦਾ ਲਾਲਚ। ਤੇ ਬਾਬਾ ਕਬੀਰ ਜੀ ਕਿਉਂ ਨਹੀਂ? ਕਿਉਂਕਿ ਬਾਬਾ ਕਬੀਰ ਜੀ ਕਹਿੰਦੇ ਨੇ ਮੈਨੂੰ ਮੇਰਾ ਪੂਰਾ ਸਤਿਗੁਰੂ ਮਿਲ ਗਿਆ ਹੈ, ਤੇ ਗੁਰੂ ਤੋਂ ਉੱਤੇ ਹੋਰ ਸਵਰਗ ਹੋਣਾ ਵੀ ਕਿਹੜਾ ਹੈ। ਹਮ ਕਾਹੂ ਕੇ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਉਹਨੇ ਪਾਵਨ ਬਚਨ ਆਪਾਂ ਭਾਵੇਂ ਕਈ ਵਾਰੀ ਵਿਚਾਰਿਆ ਹੈ, ਪਰ ਇੱਥੇ ਸਤਿਗੁਰੂ ਜੀ ਨੇ ਜਿਹੜੀ ਉਦਾਹਰਣ ਦਿੱਤੀ ਕਿ ਮਨੁੱਖ ਦੇ ਕੋਲ ਸਵਰਗ ਵਰਗੀ ਧਰਤੀ ਹੋਵੇ। ਔਰ ਇਹ ਮੰਨਿਆ ਜਾਂਦਾ ਕਿ ਸਵਰਗਾਂ ਵਿੱਚ ਸੁੱਖ ਬੜੇ ਨੇ। ਜਿੱਤਤੇ ਪ੍ਰਿਥਵੀ ਨਵ ਖੰਡਣਾ ਹੈ। ਜਿੱਤਤੇ ਦਾ ਅਰਥ ਜਿੱਤ ਲੈਣਾ, ਪ੍ਰਿਥਵੀ ਨਵ ਖੰਡਣ। ਥੋੜ੍ਹੇ ਬਹੁਤੇ ਨੇ 9 ਖੰਡ ਜਿਹੜੇ ਮੰਨੇ ਗਏ ਨੇ, ਸਾਰੇ ਦੇ ਸਾਰੀ ਧਰਤੀ ਨੂੰ ਮਨੁੱਖ ਜਿੱਤ ਲਵੇ। ਔਰ ਧਰਤੀ ਤਾਂ ਹੈ ਹੀ ਸਵਰਗ। ਇੱਥੇ ਉਦਾਹਰਨ ਦਿੱਤੀ ਸਵਰਗ ਵਰਗੀ। ਹੁਣ ਸਤਿਗੁਰੂ ਜੀ ਕਹਿੰਦੇ ਨੇ ਸਾਰੀ ਧਰਤੀ ਜਿੱਤ ਕੇ, 9 ਖੰਡ ਧਰਤੀ ਨੂੰ ਜਿੱਤ ਕੇ। ਪਰ ਜੇ ਰੱਬ ਭੁੱਲ ਗਿਆ, ਅੱਗੇ ਪਾਵਨ ਬਚਨ ਕਿਹਾ, ਬਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਣ ਭਰਮਣੈ। ਇੰਨੇ ਸੁੱਖ ਸਹੂਲਤਾਂ ਲੈ ਕੇ ਬਿਸਰੰਤ ਹਰ ਗੋਪਾਲੈ, ਉਹ ਧਰਤੀ 'ਤੇ ਪਾਲਣਾ ਕਰਨ ਵਾਲੇ ਰੱਬ ਨੂੰ ਭੁੱਲ ਜੇ। ਤੇ ਸਤਿਗੁਰੂ ਕਹਿੰਦੇ ਨੇ ਫਿਰ ਸਵਰਗ ਨਹੀਂ, ਤੈਨੂੰ ਲੱਗਦਾ ਹੋਣਾ ਸਵਰਗ। ਜੇ ਰੱਬ ਭੁੱਲਿਆ ਤੇ ਪ੍ਰਾਣੀ ਉਦਿਆਣ ਭਰਮਣ ਹੈ। ਅਸਲ ਵਿੱਚ ਉਹ ਮਨੁੱਖ ਇਸ ਤਰ੍ਹਾਂ ਹੈ, ਉਦਿਆਣ ਦਾ ਅਖਰੀ ਅਰਥ ਹੁੰਦਾ ਜੰਗਲ, ਭਰਮਣ ਦਾ ਅਰਥ ਆਪ ਜੀ ਸਮਝਦੇ ਹੋ ਭਟਕਿਆ ਹੋਇਆ। ਉਹ ਮਨੁੱਖ ਤੇ ਇਵੇਂ ਜਿਵੇਂ ਕਿਸੇ ਭਿਆਨਕ ਜੰਗਲ ਦੇ ਵਿੱਚ ਰਸਤਾ ਭੁੱਲ ਗਿਆ ਹੋਵੇ, ਭਟਕਣਾ ਦੇ ਵਿੱਚ ਪੈ ਗਿਆ ਹੋਵੇ ਕਿ ਰੱਬ ਨੇ ਦਿੱਤਾ ਰੱਬ ਨੂੰ ਭੁੱਲ ਗਿਆ। ਔਰ ਜੇ ਰੱਬ ਨੂੰ ਭੁੱਲ ਗਿਆ ਨਾ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਪਾਵਨ ਬਚਨ ਕਿਹਾ ਹੈ। ਅਸਲ ਵਿੱਚ ਉਹ ਪਾਵਨ ਬਚਨ ਦੀ ਇੱਥੇ ਵਿਆਖਿਆ ਹੈ। ਔਰ ਕਈ ਵਾਰੀ ਬੇਨਤੀ ਕੀਤੀ ਕਿ ਜਪਜੀ ਸਾਹਿਬ ਦਾ ਪਾਵਨ ਬਚਨ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸੇ ਜਪਜੀ ਸਾਹਿਬ ਦੀ ਜਿਹੜੀ ਵਿਆਖਿਆ ਕਰ ਰਹੀ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਕਿ ਸਾਰੀ 9 ਖੰਡ ਧਰਤੀ ਜਿੱਤ ਲਵੇ, ਸਵਰਗ ਵਰਗੀ ਧਰਤੀ ਹੋਵੇ, ਸੁੱਖ ਹੋਣ। ਤੇ ਜਪਜੀ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹ ਸੁੱਖ ਜੇ ਤੈਨੂੰ ਲੱਗਦਾ ਹੋਵੇ ਨਾ ਭੋਗਣੇ ਨੇ ਹੋਰ ਜ਼ਿਆਦਾ ਭੋਗੀਏ, ਤੇ ਤੇਰੀ ਉਮਰ ਵੀ 4 ਯੁੱਗ ਹੋ ਜੇ, 4 ਯੁੱਗ ਸੁੱਖ ਭੋਗ। ਤੇ ਜੇ ਤੈਨੂੰ ਲੱਗਦਾ ਹੋਵੇ 4 ਯੁੱਗ ਥੋੜ੍ਹੀ ਤੇ 10 ਗੁਣਾ ਹੋਰ ਲੈ ਲੈ, 40 ਗੁਣਾ ਹੋ ਜੇ। ਹੁਣ 40 ਯੁੱਗ ਉਮਰ ਹੋ ਜੇ, ਇਹ ਸਾਰੇ ਸੁੱਖ ਤੇਰੇ ਕੋਲ ਹੋਣ। ਪਰ ਉੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜੇ ਆਪਣਾ ਤੂੰ ਨਾਮ ਵੀ ਬੜਾ ਧਾਰਮਿਕ ਲੋਕਾਂ ਦੇ ਵਿੱਚ ਲਿਖਾ ਲਵੇ, ਤੇ ਜਿੰਨੇ 9 ਖੰਡ ਧਰਤੀ ਕੇ ਸਵਰਗ ਦੇ ਲੋਕ ਵੀ, ਉਹ ਸਾਰੇ ਤੈਨੂੰ ਬੜਾ ਸਤਿਕਾਰ ਦਿੰਦੇ ਹੋਣ, ਚੁੱਕ ਕੇ ਨਮਸਕਾਰਾਂ ਵੀ ਕਰਦੇ ਹੋਣ, ਕਿਉਂਕਿ ਨਾਮ ਬੜਾ ਸੋਹਣਾ ਰੱਖਿਆ ਹੈ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਏਡੀ ਵੱਡੀ ਉਮਰ ਲੈ ਕੇ, ਏਡਾ ਵੱਡਾ ਨਾਂ ਰਖਾ ਕੇ, ਇੱਕ ਗੱਲ ਚੇਤੇ ਰੱਖੀ, ਜੇ ਰੱਬ ਚੇਤੇ ਨਹੀਂ ਨਾ ਫਿਰ ਉਮਰ ਵੀ ਕਿਸੇ ਕੰਮ ਨਹੀਂ। ਫਿਰ ਆਪਣੇ ਆਪ ਦੇ ਵਿੱਚ ਨਾ ਜਿੱਡਾ ਮਰਜ਼ੀ ਰਖਾਇਆ ਜੇ, ਔਰ ਆਪਾਂ ਨਾਵਾਂ ਦੇ ਨਾਲ ਬੜਾ ਕੁਛ ਲਾਉਂਦੇ ਹਾਂ। ਗੁਰਮੁਖ ਪਿਆਰੇ ਭਾਈ ਸਾਹਿਬ ਫਿਰ ਜਾ ਕੇ ਨਾਂ ਦੱਸਿਆ ਜਾਂਦਾ ਹੈ। ਉਹ ਸ਼ਬਦ ਦੇ ਨਾਲ, ਨਾਂ ਦੇ ਨਾਲ ਜਿੰਨੇ ਮਰਜ਼ੀ ਸ਼ਬਦ ਜੋੜੀ ਜਾ, ਪਰ ਜੇ ਅਸਲ ਵਿੱਚ ਰੱਬ ਤੈਨੂੰ ਭੁੱਲਿਆ ਹੋਇਆ ਨਾ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਤੇਰੀ ਔਕਾਤ ਰੱਬ ਦੀ ਨਜ਼ਰ ਵਿੱਚ ਇੰਨੀ ਕੁ ਹੈ ਜਿਵੇਂ ਕੀੜਿਆਂ ਦੇ ਵਿੱਚ ਇੱਕ ਗੰਦਗੀ ਦਾ ਕੀੜਾ ਹੋਵੇ।
ਉਹ ਸਤਿਗੁਰੂ ਦੇ ਪਾਵਨ ਭਜਨ ਆਪਾਂ ਰੋਜ਼ ਪੜ੍ਹਦੇ ਹਾਂ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ। ਪਰ ਉੱਥੇ ਕਹਿੰਦੇ ਨੇ ਜੇ ਤਿਸ ਨਜ਼ਰ ਨਾ ਆਵੇ, ਬਸ ਇਹ ਜੇ ਚੇਤੇ ਰੱਖਣੀ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸੁੱਖ ਸਹੂਲਤਾਂ ਮਾੜੀਆਂ ਨਹੀਂ ਮਿਲ ਜਾਣ, ਪਰ ਸੁੱਖ ਸਹੂਲਤਾਂ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਉੱਥੇ ਕਹਿੰਦੇ ਨੇ ਜੇ ਉਹਦੀ ਨਜ਼ਰ ਦੇ ਵਿੱਚ ਤੂੰ ਨਹੀਂ ਨਾ ਆਇਆ, ਉਹਨੂੰ ਭੁਲਾ ਦਿੱਤਾ, ਤਾਂ ਬਾਤ ਨਾ ਪੁੱਛੇ ਕਿ ਬੰਦਿਆ ਤੇਰੀ ਬਾਤ ਪੁੱਛਣੀ ਕਿਸੇ ਨਹੀਂ। ਆਪਣੇ ਆਪ ਦੇ ਵਿੱਚ ਤੂੰ ਬੜਾ ਵੱਡਾ ਭਾਵੇਂ ਹੋਵੇਂ। ਉੱਥੇ ਸਤਿਗੁਰੂ ਜੀ ਕਹਿੰਦੇ ਨੇ ਤੇਰੀ ਔਕਾਤ ਇੰਨੀ ਕੁ ਹੈ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਉੱਥੇ ਦੇ ਕੀੜਿਆਂ ਦੇ ਵਿੱਚ ਜਿਵੇਂ ਕੀੜਾ ਹੈ, ਹੋਰ ਕੁਝ ਵੀ ਨਹੀਂ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜੇ ਉਹਨੂੰ ਭੁਲਾ ਦਿੱਤਾ ਤੇ ਫਿਰ ਦੇਖ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਭਿਆਨਕ ਜੰਗਲ ਦੇ ਵਿੱਚ ਪੁੱਲਿਆ ਹੋਇਆ ਰਸਤਾ ਹੈ। ਉੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਰਾਗ ਦੇ ਵਿੱਚ ਪਾਵਨ ਬਚਨ ਕਿਹਾ, ਕਹਿੰਦੇ ਜੇ ਰੱਬ ਨੂੰ ਭੁੱਲ ਜਾਈਏ ਨਾ, ਇਹ ਜਿੰਦ ਸੜਦੀ ਹੈ, ਬਿਲਕਦੀ ਹੈ ਔਰ ਬਾਰ-ਬਾਰ ਬਿਲਕਦੀ ਹੈ। ਦੁਨੀਆ ਦੇ ਸੁੱਖ ਜਿੰਨੇ ਮਰਜ਼ੀ ਹੋਣ, ਸਤਿਗੁਰੂ ਕਹਿੰਦੇ ਨੇ ਹਰ ਬਿਨ ਜੀਓ ਜਲ ਬਲ ਜਾਓ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਰੇ ਰੱਬ ਨੂੰ ਭੁੱਲ ਕੇ ਜਿੰਦ ਸੜਦੀ ਹੈ। ਔਰ ਸਤਿਗੁਰੂ ਜੀ ਨੇ ਬਹੁਤ ਥਾਵਾਂ 'ਤੇ ਪਾਵਨ ਬਚਨ ਕਹੇ ਨੇ। ਕਿਤੇ ਕਹਿੰਦੇ ਨੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਤੇ ਸਤਿਗੁਰੂ ਜੀ ਇਹ ਜੀਓ ਬਾਰ-ਬਾਰ ਤਪਦਾ ਕਿਉਂ ਹੈ, ਇਹ ਖਪਦਾ ਕਿਉਂ ਹੈ, ਵਿਲਕਦਾ ਕਿਉਂ ਹੈ? ਤੇ ਸਤਿਗੁਰੂ ਜੀ ਸਮਝਾਉਂਦੇ ਨੇ ਕਾਰਨ ਕੇਵਲ ਇੱਕੋ ਹੀ ਹੈ, ਉਸ ਰੱਬ ਨੂੰ ਭੁੱਲ ਜਾਣਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਰਲਾਏ। ਬਸ ਜਿਹੜੇ ਤਨ ਦੇ ਵਿੱਚੋਂ, ਜਿਹੜੇ ਮਨ ਦੇ ਵਿੱਚੋਂ ਰੱਬ ਦੀ ਪਰਮੇਸ਼ਰ ਦੀ ਸਿਫਤ ਸਲਾਹ ਵਾਲੀ ਬਾਣੀ ਭੁੱਲ ਜੇ, ਉਹ ਕੋੜੇ ਦੀ ਤਰ੍ਹਾਂ ਵਿਲਕਦਾ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸੁੱਖ ਮਾੜੇ ਨਹੀਂ। ਔਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਆਇਆ, ਸੁੱਖ ਤੇ ਮਾੜੇ ਨਹੀਂ। ਪਰ ਕਹਿੰਦੇ ਹਰ ਬਿਨ ਜੀਓ ਜਲ ਬਲ ਜਾਉ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਇਹ ਸੜਦੀ ਹੋਈ ਜਿੰਦ ਨੂੰ ਜੇ ਬਚਾਉਣਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪਣੇ ਗੁਰੂ ਨੂੰ ਪੁੱਛ ਕੇ ਆਇਆ। ਗੁਰੂ ਤੋਂ ਬਿਨਾਂ ਹੋਰ ਦੂਜੀ ਕੋਈ ਥਾਂ ਨਹੀਂ ਜਿੱਥੇ ਇਸ ਸੜਦੀ ਹੋਈ ਜਿੰਦ ਨੂੰ ਤੂੰ ਬਚਾ ਸਕੇ, ਅੰਦਰ ਸ਼ਾਂਤੀ ਆਵੇ। ਭਾਵੇਂ ਨੌਖੰਡ ਪ੍ਰਿਥਵੀ ਤੂੰ ਜਿੱਤ ਵੀ ਲਵੇ, ਪਰ ਟਿਕਾਣਾ ਕੋਈ ਨਹੀਂ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਿਉਂਕਿ ਜਿਹੜੇ ਵਿਛੜ ਚੁੱਕੇ ਨੇ, ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ, ਕਿਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਜੰਗਲ ਦੇ ਵਿੱਚ ਭਟਕਿਆ ਹੋਇਆ ਹੈ। ਔਰ ਕਿਤੇ ਗੁਰੂ ਸਾਹਿਬ ਜੀ ਉਦਾਹਰਨਾਂ ਦਿੰਦੇ ਨੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਕਿ ਜੇ ਕੋਈ ਰੱਬ ਦੇ ਨਾਲੋਂ ਵਿਛੜ ਜਾਏ ਨਾ, ਤੇ ਵਿਛੜੇ ਹੋਏ ਦੀ ਹਾਲਤ ਇੰਨੀ ਬੁਰੀ ਹੁੰਦੀ ਹੈ। ਇੱਕ ਉਦਾਹਰਣ ਦਿੱਤੀ, ਕਿੰਨੀ ਕੁ ਬੁਰੀ ਜੀ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਸਮਿਆਂ ਦੇ ਵਿੱਚ ਵੀ, ਔਰ ਅੱਜ ਵੀ ਪਿੰਡਾਂ ਥਾਵਾਂ 'ਤੇ ਕਿਤੇ ਕਿਤੇ ਮਿਲ ਜਾਂਦੇ ਨੇ ਅੱਕ ਦੇ ਬੂਟੇ। ਔਰ ਆਪ ਜੀ ਵਿੱਚੋਂ ਤਕਰੀਬਨ ਸਭ ਨੂੰ ਲਗਭਗ ਦੇਖੇ ਹੋਣਗੇ ਅੱਕ ਦੇ ਬੂਟੇ। ਔਰ ਸੁੱਕੀਆਂ ਥਾਵਾਂ 'ਤੇ ਬਹੁਤੇ ਹੁੰਦੇ ਸਨ ਕਿ ਜਦੋਂ ਜੇਠ ਹਾੜ ਦੀ ਧੁੱਪ ਪੈਣੀ, ਉਦੋਂ ਖਾਸ ਕਰਕੇ ਉਹ ਖਿੜਦੇ ਸਨ। ਅਤੇ ਉਹਨਾਂ ਦੇ ਨਾਲ ਜਿਹੜੀਆਂ ਅੰਬਕੜੀਆਂ ਲੱਗਦੀਆਂ ਸਨ, ਲੱਗੀਆਂ ਹੋਈਆਂ ਵੇਖ ਕੇ ਬੜੀਆਂ ਸੋਹਣੀਆਂ ਲੱਗਦੀਆਂ ਸਨ, ਹਰੀਆਂ ਹਰੀਆਂ, ਜਿਵੇਂ ਅੰਬੀਆਂ ਲੱਗੀਆਂ ਹੁੰਦੀਆਂ ਨੇ। ਔਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਇਹਨੂੰ ਵੇਖ ਕੇ ਖੁਸ਼ ਵੀ ਬੜੇ ਹੋਏ। ਪਰ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਜਦੋਂ ਇਹ ਅੰਬਕੜੀ ਪੱਕੀ,
ਪੱਕਣ ਤੋਂ ਬਾਅਦ ਫਿਰ ਸੁਭਾਵਿਕ ਇਹ ਅੱਕ ਦੇ ਨਾਲੋਂ ਟੁੱਟਦੀ ਹੈ। ਧਰਤੀ 'ਤੇ ਡਿੱਗੇ ਕੁਝ ਦਿਨ ਧਰਤੀ 'ਤੇ ਪੈ ਰਹਿਣ ਤੋਂ ਬਾਅਦ ਉਹ ਅੰਬਕੜੀ ਪਾਟ ਗਈ। ਉੱਥੇ ਗੁਰੂ ਸਾਹਿਬ ਨੇ ਸ਼ਬਦ ਕੱਖੜੀ ਵਰਤਿਆ ਹੈ। ਅਤੇ ਪਾਟਣ ਤੋਂ ਬਾਅਦ ਉਹਦੇ ਵਿੱਚੋਂ ਫਿਰ ਰੂੰ ਦੇ ਤੁੰਬੇ 'ਚ ਉੱਡਦੇ ਨੇ, ਔਰ ਤੁੰਬੇ ਵੀ ਜਿਹੜੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਬਣਦੇ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਰੂੰ ਦੇ ਤੁੰਬੇ ਨੂੰ ਸੰਬੋਧਨ ਕਰਕੇ ਕਿ ਰੂੰ ਦੇ ਤੁੰਬੇ ਤੋਂ ਪੁੱਛਿਆ ਵੀ ਕੁਝ ਦਿਨ ਪਹਿਲੋਂ ਅੱਕ ਦੇ ਨਾਲ ਲੱਗਿਆ ਹੋਇਆ ਐਡਾ ਸੋਹਣਾ ਲੱਗਦਾ ਸੀ ਜਿਵੇਂ ਅੰਬੀਆਂ ਲੱਗੀਆਂ ਹੁੰਦੀਆਂ ਨੇ, ਪਰ ਅੱਜ ਤੁਹਾਡੇ ਟੁਕੜੇ ਹੋ ਗਏ ਅਤੇ ਟੁਕੜੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ। ਇਹਦਾ ਕਾਰਨ ਕੀ ਹੈ? ਔਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸੱਚ ਜਾਣੋ, ਜੇ ਰੂੰ ਦਾ ਉਤੁੰਬਾ ਬੋਲਦਾ ਹੁੰਦਾ ਨਾ, ਅਤੇ ਜਵਾਬ ਉਹਨੇ ਬਿਲਕੁਲ ਇਹ ਦੇਣਾ ਸੀ ਕਿ ਆਪਣੇ ਤੁਰੇ ਦੇ ਨਾਲੋਂ ਵਿਛੜ ਗਿਆ। ਵਿਛੜਿਆ ਤਾਂ ਸਾਡੇ ਟੁਕੜੇ ਹੋਏ ਨੇ, ਤਾਂ ਦੁਨੀਆ ਦੇ ਕੀ ਤਾਕਤ ਸੀ ਕਿ ਸਾਨੂੰ ਕੋਈ ਐਡੇ ਟੁਕੜੇ ਸਾਡੇ ਕਰ ਜਾਂਦਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਭੁੱਲਿਆ ਹੋਇਆਂ ਨੂੰ, ਵਿਛੜਿਆ ਹੋਇਆਂ ਨੂੰ ਕੇਵਲ ਅਤੇ ਕੇਵਲ ਭਰਮ ਅਤੇ ਠੋਕਰਾਂ ਮਿਲਦੀਆਂ ਨੇ। ਉੱਥੇ ਗੁਰੂ ਸਾਹਿਬ ਜੀ ਨੂੰ ਉਦਾਹਰਣ ਦਿੱਤੀ, ਕੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬੜੀਆਂ ਸੋਹਣੀਆਂ ਲੱਗਦੀਆਂ ਸਨ, ਅੱਕ ਨਾ ਲੱਗੀਆਂ। ਕਹਿੰਦੇ ਨਾਨਕ ਬਿਰਹਾ ਵਿਛੋੜਾ ਧਣੀ ਸਿਓ, ਬਿਰਹਾ ਵਿਛੋੜਾ ਧਣੀ ਸਿਓ, ਨਾਨਕ ਸਹਿ ਸਹਿ ਕੰਠ। ਬਸ ਜਵਾਬ ਇਹ ਸੀ ਕਿ ਬਿਰਹਾ ਵਿਛੋੜਾ ਇਸ ਕਰਕੇ ਹੈ ਕਿਉਂਕਿ ਉਹਦੇ ਨਾਲੋਂ ਵਿਛੜ ਕੇ ਤੇ ਸਾਡੇ ਟੁਕੜੇ ਹੋ ਗਏ। ਵਿਛੜੇ ਹੋਇਆਂ ਨੂੰ ਟਿਕਾਣਾ ਨਹੀਂ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਭੁੱਲ ਗਏ, ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ, ਸੁੱਖ ਸਹੂਲਤਾਂ ਦੇਣ ਵਾਲੇ ਨੂੰ ਭੁਲਾ ਦਿੱਤਾ, ਉਹ ਪੁਰਾਣੇ ਤੇ ਇਸ ਤਰ੍ਹਾਂ ਨੇ ਉਧਿਆਣ ਪੁਰਮਣ, ਜਿਵੇਂ ਜੰਗਲ ਦੇ ਵਿੱਚ ਰਸਤਾ ਭੁੱਲ ਕੇ ਭਟਕਦੇ ਫਿਰਦੇ ਨੇ। ਕੌਤਕ ਕੋੜ ਤਮਾਸਿਆਂ ਚੇਤਨ ਆਪ ਸੁਨਾਉ। ਹੁਣ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਸ਼ਲੋਕ ਦੇ ਦੂਸਰੇ ਪਦੇ ਵਿੱਚ ਫਿਰ ਉਹ ਪਾਵਨ ਬਚਨ ਕਹੇ। ਪਹਿਲੋਂ ਕਿਹਾ ਕਿ ਧਰਤੀ ਨੌਖੰਡ ਜਿੱਤੀ ਹੋਵੇ, ਜੇ ਰੱਬ ਭੁੱਲ ਜੇ ਤੇ ਕੇਵਲ ਸਾਰੀ ਧਰਤੀ ਜੰਗਲ ਹੀ ਹੈ। ਹੁਣ ਕਹਿੰਦੇ ਨੇ ਕੌਤਕ ਕੋੜ, ਕੋੜ ਦਾ ਅਰਥ ਕਰੋੜਾ, ਤਮਾਸ਼ੇ ਆਪ ਜੀ ਜਾਣਦੇ ਹੋ, ਤਮਾਸ਼ੇ ਕਰੋੜਾਂ ਹੀ ਰੰਗ ਤਮਾਸ਼ੇ ਦੁਨੀਆ ਦੇ ਤੂੰ ਵੇਖੇ, ਕਿਉਂਕਿ ਤੇਰੇ ਕੋਲ ਰੁਪਈਆ ਹੈ, ਪੈਸਾ ਹੈ, ਤੇ ਦੁਨੀਆ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਖੁਸ਼ ਬੜਾ ਹੋਵੇਂ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਰੰਗ ਤਮਾਸ਼ੇ ਵੇਖਦਿਆਂ ਹੋਇਆਂ ਜੇ ਚਿੱਤ ਨਾ ਆਪ ਸੁਨਾਉ। ਇਹ ਨਹੀਂ ਕਿਹਾ ਕਿ ਤੂੰ ਰੰਗ ਮਾਨ ਨਾ ਕੁਝ ਵੇਖਣਾ, ਪਰ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਜੇ ਰੱਬ ਦਾ ਨਾਮ ਚੇਤੇ ਨਹੀਂ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ 3-4 ਉਦਾਹਰਨਾਂ ਵੀ ਦਿੱਤੀਆਂ ਸ਼੍ਰੀ ਰਾਗ ਦੇ ਵਿੱਚ ਹੀ। ਪਹਿਲਾ ਹੀ ਸ਼ਬਦ ਹੈ ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਸੁੱਖ ਸਹੂਲਤਾਂ ਤਾਂ ਤੇਰੇ ਕੋਲ ਇੰਨੀਆਂ ਹੋਣ ਕਿ ਤੇਰਾ ਘਰ ਜਿਹੜਾ ਹੀਰਿਆਂ ਦੇ ਨਾਲ, ਮੋਤੀਆਂ ਦੇ ਨਾਲ ਚਿਣ ਚਿਣ ਕੇ ਬਣਿਆ ਹੋਵੇ, ਕੀਮਤੀ ਹੋਵੇ। ਇਹ ਤਾਂ ਨਹੀਂ ਕਿਹਾ ਕਿ ਨਾ ਬਣਾ, ਜੀ ਸਦਕੇ ਬਣਾ, ਪਰ ਨਾਲ ਉੱਥੇ ਅਰਦਾਸ ਬੇਨਤੀ ਕੀਤੀ ਕਿ ਰੱਬ ਜੀ, ਪਰਮੇਸ਼ਰ ਜੀ, ਇਹ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਬਣਿਆ ਹੈ, ਪਰ ਇੰਨੀ ਕੁ ਕਿਰਪਾ ਕਰੀ ਇਹ ਸੋਹਣੇ ਮਕਾਨ ਵੇਖ ਕੇ, ਘਰ ਵੇਖ ਕੇ ਤੇਰਾ ਨਾਮ ਭੁੱਲ ਨਾ ਜਾਵੇ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸੇ ਸ਼ਬਦ ਦੀ ਇੱਥੇ ਵਿਆਖਿਆ ਕਰ ਰਹੇ ਨੇ, ਅਤੇ ਜਾਂ ਇਹ ਕਹਿ ਰਹੇ ਕਿ ਇਸ ਸ਼ਬਦ ਦੀ ਉਹ ਵਿਆਖਿਆ ਹੈ, ਕਿਉਂਕਿ ਸਤਿਗੁਰੂ ਗੁਰੂ ਦੀ ਬਾਣੀ ਐਸੀ ਕਿ ਸਤਿਗੁਰੂ ਕੀ ਬਾਣੀ ਗੁਰੂ ਤੇ ਜਾਣੀ, ਗੁਰ ਕੀ ਬਾਣੀ ਗੁਰੂ ਤੇ ਜਾਣੀ। ਉੱਥੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਇਹ ਚੀਜ਼ਾਂ ਤਾਂ ਮਾੜੀਆਂ ਨਹੀਂ, ਪਰ ਇੱਕ ਬੇਨਤੀ ਕਰਦੇ ਨੇ, ਨਾਲ ਸਾਨੂੰ ਅਰਦਾਸ ਬੇਨਤੀ ਕਰਨ ਦਾ ਢੰਗ ਦੱਸਦੇ ਨੇ। ਇਹ ਚੀਜ਼ਾਂ ਲੈ ਕੇ ਉਹਦਾ ਨਾਮ ਭੁੱਲ ਨਾ ਜਾਏ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਕਰੋੜਾਂ ਰੰਗ ਤਮਾਸ਼ੇ ਤੂੰ ਵੇਖੇ,
पर जे रब का नाम चेते नहीं आया तो फिर तेरी हालत है कैसी। असल में दुनिया रंग तमाशे वेखती है और उन्होंने दुनिया ना देंदी है मेला। बाबा कबीर जी को किसी ने कहा सी, कबीर जी तुहानू मेला विखा लीए। तो बाबा कबीर जी कहते मेला कोई वेखण वाला हुंदा जी? कहते हाँ। बाबा कबीर जी कहते चलो हुण मेला विखाया। तो जिहड़ा मेला असीं कहने हाँ, आप जी जानते हो मेले विच की है। किते कोई मदारी जिहड़ा है बांदर नूं नचा रहा है, किते कोई जादूगर जादू विखा रहा है, किते ढोल वज रहे ने, किते कुश्तियां हो रही ने। ये साडे हिसाब का मेला तो यही है ना जी। तो जदों बाबा कबीर जी ने विखाया कि लोग नचते ने, टपते ने, गंदे गंदे गीत गा रहे ने, तो बाबा कबीर जी कहते कित्थे जंगल विच लाया भाई। हुण सानू तो वक्री गल लगेगी। असीं कहने कि एडा सोहना, एडा भीड़ वाला, इन्नी रौनक वाला शहर, एडा वड्डा मेला। और जिहड़े भगत जन कहते हैं मेला कहदा ते जंगल विच जिवें एक हिरन भटकिया हुंदा ना रस्ता, बस मेले विच तुरे फिरदे ने जिवें भटके हुए ने। बाबा कबीर जी कहते भी चल जे तू इनू मेला कहने, मेला थोड़ी है तो जंगल है। मेला तेनों मैं विखाउणा चल। कि मेला कहते किनू ने? असल में मेला शब्द माड़ा नहीं। बाबा कबीर जी जंगल विच लै गए कि जिथे 4-5 साधु बैठे ने, बस कल्ले जंगल विच, होर कुछ भी नहीं। बाबा कबीर जी कहते मेला ये है। मेले का अर्थ तो मिलना है ना, मिले हुए। ये साधु रब दे नाल मिले हुए ने, मेला ये है। बाकी तो सारा कुछ जंगल ही है, भयानक जंगल है। हुण सतगुरु जी कहते ने करोड़ा रंग तमाशे वेखदे होए असल में जे रब का नाम चिते नहीं तो बड़ा भयानक है जंगल। किन्ना को भयानक जे के पावन भजन कहे। कहते नानक कोड़े नरक बराबर उजड़ सोए थाऊं। हुण कोड़ी नरक का अर्थ प्रोफैसर साहब संग ने किया बड़ा भयानक नगर, बड़ा भयानक नरक। कोड़ी दे अर्थ कुछ विद्वाना ने किते ने कोड़ी बिंदी ला के बोली है कोड़ी करोड़ा ही नरका वर्गा। और जे इनू थोड़ा जा परवांजा करके बोल दी है कोड़ी, अर्थ ये भी टुक जाता है कि जेड़े रब तो भुले ने वो ऐसे कोड़ी केड़ा नरक तो घट है जी। कोड़ी वर्गे नरक के बराबर है। पर इत्थे जो प्रोफैसर साहब सिंह जी ने अर्थ किए ने, धन गुरु अर्जन देव सच्चे पातशाह कहते हैं रब तो भुलो हुए नानक कोड़ी नरक बराबर है। वो बड़े भयानक नरक के बराबर है। तो थां जिहड़ी है वो बसंत फिर स्वर्ग नहीं, वो उजड़ सोई थां उन्होंने लगता है कि स्वर्ग वर्गी थां है। पर धन गुरु अर्जन देव जी कहते रब चेते नहीं तो बिल्कुल उजाड़ है। वो करोड़ों ही नरकों के बराबर है, बड़ा भयानक नरक है। पौड़ी महाभ्यान उद्यान नगर कर मानिया। हुण बेनती की कि नरक ते सुरग गुरमत विच दोवां नूं रद्द किया है। पर सतगुरु जी ने एक किरपा होर भी की है। जिथे नरकों के बार बार उदाहरण देंदे ने ना, कहते नरक होणगे करोड़ों ही होणगे। पर यह नरक है किन्हां वास्ते? गुरु साहब जी कहते हैं जितने नरक से मनमुख भोगे गुरमुख लेप न मासा है। गुरु के राह ते चलण वालियां नूं ना ये नरक लेस मात्र किते चिंबड़ते हैं, ना इन्हां नूं स्वर्ग नेड़े हुंदे ने। क्योंकि अपने गुरु के चरणों में जी मौज है ना, बाबा कबीर जी ने पावन बचन कहे ने, वो स्वर्गों में थोड़ी है, नरकों में तो है ही नहीं। और बाबा कबीर जी कहते से दोनों नहीं मनते। चरण कमल की मौज में रहूं अंत्यारे आद,
बाबा कबीर जी कहते हैं बस रब दे गुरु दे चरण मिले रहन, तो जिहड़ी मौज उत्थे है फिर वो किते होर थोड़ी है। और देखो चरना की मौज ये संसारिक मौज नहीं, क्योंकि मौज असीं किनू समझने कि 4 पैसे खुले होण, गड्डी वड्डी जी होवे, नौकर चाकर होण, ये शब्द फिर आम ही वरत्या जांदा कि बस मौज ही ने। पर बंदगी करने वाले वास्ते ये मौज नहीं, वो कहते हैं गुरु के चरणों की मौज है। ये मौज तो दसी जा सकती कि किवें दी मौज, किन्नी को मौज है। तो बाबा कबीर जी कहते हैं जिहड़ी मौज गुरु के चरणों विचों मिलती है ना भई, वो तो बस जिन्हों मिलती है वो ही जानता, तो जिहड़ा जान जाए फिर वो दसन जोगा रहिंदा ही नहीं कि मौज है कैसी। जिथे बाबा कबीर जी कहते हैं, बाबा कबीर जी कहते हैं चरण कमल की मौज में रहूं अंत्यार याद, उथे कहते हैं कहबे को शोभा नहीं देखा ही प्रवान। ये मौज कैसी है, कहते कहण वाली तो गल है ही नहीं, ना कही जा सकती है। ये तो जिन्हें माणी बस ही जानता है। हुण सतगुरु जी कृपा कर देन, जे नाम विसरिया है तो भावें जिन्ने मर्जी करोड़ा रंग तमाशे तू वेखी जा, पर है तो नरक के बराबर ही। पौड़े महाभ्यान उद्यान नगर कर मानिया। हुण महाभ्यान बड़ा भयानक, उद्यान का अर्थ जंगल, इनू नगर करके मान लिया किवें जी? एडा भयानक जंगल होवे तो उन्होंने नगर करके कोई किवें मन सकता है? भाई साहब भाई गुरदास जी ने भी उदाहरण दी, सतगुरु धन गुरु ग्रंथ साहिब जी ने बहुत सोहना उत्थे समझाया, जिथे भाई साहब जी कहते ने हर चंद्योरी देख के करदा परवासा। हुण बदल की ने जी, है तो हवा ही ना। वो बदलों के विच कई बार देखी इवें लगता कि जिवें किते जंग हो रही है, किते लगता कोई बरसे लैके दौड़ रहा, किते लगता कोई घोड़े के उत्ते चढ़िया हुआ है। और हर चंद्योरी का जिहड़ा इत्थे हवाला दिता, ये हिंदू वीर उन्हां दे विच मनौत भी है कि हरिचंद की कोई नगरी है, पर हकीकत विच है तो केवल हवा ही ना जी। ना उस नगरी विच अज तक कोई वसिया, ना किसी ने वसना, ना वो कोई पहाड़ है। वेखण विच लगता है कि सचमुच इस तरह है। और सतगुरु धन गुरु अर्जन देव सच्चे पातशाह कहते हैं ये संसार भी बिल्कुल इस तरह का एक भुलेखा ही है। सानू लगता कि ये मौजां इत्थे ने, ये सुख इत्थे ने, पर धन गुरु अर्जन देव जी कहते हैं तो भयानक जंगल है। बिल्कुल उस तरह जिवें बदलों के विच बनया होया बड़ा कुछ नज़र आता है, पर है कुछ नहीं। इत्थे गुरु साहब जी कहते हैं झूठ समगरी पेख, जिवें बदलों के विच सब कुछ झूठा है। ये साजो समगरी समान रुपया पैसा ये भी तो सब कुछ झूठ है ना। और झूठ का पावर्थ होंदा जिन्हें रहना ही नहीं। हो सकता है पदार्थ टिके रह जाने, पर तू तो नहीं ना रहना। हुण गुरु साहब जी कहते हैं जिन्हें रहना ही नहीं वो झूठ है। पर बंदे का सुभाव बन गया कि झूठ समगरी पेख सच कर जाने, इनू सच करके मन लिया। काम क्रोध अहंकार फिरे दीवानिया। दीवाना किनू कहते हैं जी? आम दीवाना मणी माजरे विच ते बथेरे घूमते हैं, जिन्होंने सीधे शब्दों में कहा जाता पागल है। दीवाने का आखिरी अर्थ पागल ही है। और सतगुरु जी कहते ने दुनिया पागल हुई फिरती है। जिन्हें रब भुला दिता किवें पागल होए जी? सानू घरां दे विच लभ जांदे ने, बाहर जाण दी लोड़ ही नहीं। काम क्रोध अहंकार, हंकार विच पागल होए तो सानू बड़े दिसदे ने, पर एक काम दे विच पागल होए किहड़े घट ने। पागल ही हो जाते हैं ना जी, कि जदों काम दे विच इन्ने पागल होए फिर नज़र नहीं आता कि जवान धी दे बराबर दी है। फिर ये नहीं समझ आउंदे कि जे ये कर्म कर दिता तो घर परिवार का की बनेगा।
फिर ये भी भुल जाता कि हो सकता कि फांसी भी हो जाए, क्योंकि पागल बंदे नूं तो फिर समझ लगती नहीं ना कोई। और सतगुर जी कहते हैं बस इन्हां काम क्रोध ते हंकार विच बंदा पागल होया है जिन्हें रब नूं भुलाया। काम क्रोध अहंकार फिरे देवानिया, सिर लगा जम डंड तां पछतानिया। सारी जिंदगी इन्हां दे विच कमला होया तुरिया फिरिया। और देख जरूरी नहीं कि काम दे विच सारे पागल होए ने, पर गुरु साहिब जी ने 5 ये विकार बार बार गिने, काम क्रोध लोभ मोह हंकार। काम तो बचया तो लोभ तो नहीं बचया, लोभ तो बच गया तो मोह ने तो किसी को छड्डे ही नहीं, मोह दे विच पागल होया है। ये जिहड़ी रिश्वत लैनी किसी का हक मारना ये सारा कुछ लोभ ही तो है। तो लोभ बंदा करदा किसी न किसी मोह दे विच आके घर परिवार दे धीआं बच्चिआं दे। संसार जिहड़ा पागल होया, पर गुरु साहिब जी कहंदे ने सिर लगा जम डंड। जदों जमा का डंडा सिर दे उत्ते वज्या तो फिर पता लग्या कि ये लखां अरबां करोड़ां जिहड़े जोड़े हुए ने ये किहड़े नाल जाने ने। अज तक तो पागलों की तरह लग्या रहा, समझ ही नहीं आई। पर फिर कहते फिर पछताने आ, और फिर पछतावे का लाभ भी की। सिर लगा जम डंड तां पछताने आ। हुण गुरु साहिब जी ने अखीर ते फिर समझाया कि शैतान किहड़े ने। कहते बिन पूरे गुरुदेव फिरे शैतानिया। जिन्होंने पूरा गुरु नहीं मिलिया, जिहड़े गुरु वाले नहीं बने, असल विच वो शैतानां की तरह फिरदे ने। और सतगुर जी कृपा करन, धन गुरु ग्रंथ साहिब जी पूरे गुरु सानू मिले। और गुरु नूं मत्था टेकण दा भाव ही ये है कि असीं ज्ञान नूं मत्था टेकिया, समझ नूं मत्था टेकिया, तो पागल हुंदा वो जिन्हों समझ होवे कोई ना। सतगुर जी कृपा करन, जिथे गुरु साहिब जी नूं रोज़ आके नमस्कार करने हैं, सचमुच वो गुरु का ज्ञान हिरदे विच वसे। और इस पागलपुणे तो असीं बचीए। होईयां भुलां दी खिमा। आओ 1-2 मिनट होर रसना करिए पवित्र, फिर समाप्ति है जी। वाहेगुरु 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 वाहेगुरु। वाहेगुरु वाहेगुरु वाहे